हुआ यार मुँह ਆਪਾਂ ਲਗਾਤਾਰ ਦੇਖਿਆ ਹੈਗਾ ਕਿ ਪਿਛਲੇ 1.5 ਸਾਲ ਤੋਂ ਕਿਵੇਂ ਦੁਨੀਆ 'ਚ ਤੇ ਦੇਸ਼ ਵਿੱਚ ਕਰੋਨਾ ਦੀ ਮਹਾਮਾਰੀ ਕਰਕੇ ਬਹੁਤ ਸਾਰਾ ਨੁਕਸਾਨ, ਜਾਨ ਦਾ, ਮਾਲ ਦਾ, ਧੰਦੇ ਦਾ, ਹਰੇਕ ਚੀਜ਼ ਦਾ ਲੋਕਾਂ ਨੂੰ ਨੁਕਸਾਨ ਹੋਇਆ ਹੈ। ਤੇ ਜਿੱਥੇ ਹਰ ਦੇਸ਼ ਤੇ ਸੂਬੇ ਦੀ ਸਰਕਾਰਾਂ ਨੇ ਕੋਸ਼ਿਸ਼ ਕੀਤੀਆਂ ਨੇ ਕਿ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਆਪਣੇ ਲੋਕਾਂ ਨੂੰ ਬਚਾਇਆ ਜਾਏ, ਲੇਕਿਨ ਅਫਸੋਸ ਦੀ ਗੱਲ ਕਿ ਕਾਂਗਰਸ ਸਰਕਾਰ ਨੇ ਪੰਜਾਬ ਵਿੱਚ ਇਹੋ ਜਿਹੇ ਹਾਲਾਤ ਪੈਦਾ ਕੀਤੇ ਨੇ ਕਿ ਲੋਕੀ ਰੱਬ ਭਰੋਸੇ ਹੀ ਇਹਨਾਂ ਨੂੰ ਛੱਡਿਆ ਹੋਇਆ, ਆਪ ਦੀ ਬਚਾਅ ਵਾਸਤੇ ਆਪ ਹੀ ਹੱਥ ਪੈਰ ਮਾਰ ਰਹੇ ਨੇ। ਕੋਈ ਸਰਕਾਰ ਵੱਲੋਂ ਇੱਕ ਉਪਰਾਲਾ ਤੱਕ ਨਹੀਂ। ਪਿਛਲੇ ਕੁਝ ਦਿਨਾਂ 'ਚ 1.5 ਮਹੀਨੇ 'ਚ ਜਿੱਥੇ 15,000 ਮੌਤਾਂ ਹੋਈਆਂ ਨੇ ਪੰਜਾਬ 'ਚ, ਜਿਹੜਾ ਨੈਸ਼ਨਲ ਐਵਰੇਜ ਮੌਤਾਂ ਦਾ ਹੈਗਾ ਉਸ ਤੋਂ ਦੁੱਗਣੇ ਤੋਂ ਵੀ ਜ਼ਿਆਦਾ। ਇਹੀ ਸਿੱਧੇ ਸੰਕੇਤ ਕਰਦਾ ਹੈ ਕਿ ਸਰਕਾਰ ਨੇ ਆਪਣੇ ਲੋਕਾਂ ਨੂੰ ਬਚਾਉਣ ਵਾਸਤੇ ਇੱਕ ਵੀ ਕਦਮ ਨਹੀਂ ਚੱਕਿਆ। ਛੋਟੀ ਛੋਟੀ ਚੀਜ਼ਾਂ ਵਾਸਤੇ ਲੋਕੀ ਤਰਸ ਕੇ ਮਰ ਗਏ। ਸਿੰਪਲ ਚੀਜ਼ ਕਿ ਆਕਸੀਜਨ ਦੇ ਬੈੱਡ ਮਿਲ ਜਾਨ ਬਚਾਉਣ ਵਾਸਤੇ ਵੈਂਟੀਲੇਟਰ ਮਿਲ ਜਾਏ। ਲੋਕਾਂ ਨੂੰ ਐਂਬੂਲੈਂਸ ਨੇ ਓਵਰਚਾਰਜ ਕੀਤਾ, ਦਵਾਈਆਂ ਦੇ ਓਵਰਚਾਰਜ ਹੋਏ। ਹਰ ਚੀਜ਼ ਦਾ ਲੋਕਾਂ ਨੇ ਝੱਲ ਕੇ ਜੇ ਕਿਸੇ ਦੀ ਜਾਨ ਬਚ ਗਈ ਤਾਂ ਉਹਦੇ ਆਪ ਦੇ ਬਲਬੂਤੇ 'ਚ ਜਾਂ ਪਰਮਾਤਮਾ ਦੀ ਕਿਰਪਾ ਨਾਲ ਇਹ ਸਰਕਾਰ ਨੇ ਕੁਝ ਨਹੀਂ ਕੀਤਾ। ਲੇਕਿਨ ਦੁੱਖ ਇਸ ਗੱਲ ਦਾ ਹੈ ਕਿ 1.5 ਸਾਲ ਤੋਂ ਜਿੱਥੇ ਉਹਨਾਂ ਨੇ ਕੁਝ ਨਹੀਂ ਕੀਤਾ, ਸਾਰੀ ਦੁਨੀਆ 'ਚ ਚਰਚਾ ਹੈ ਤੇ ਦੇਸ਼ ਵਿੱਚ ਚਰਚਾ ਹੈ ਕਿ ਜਿੱਥੇ ਇੱਕ ਪਾਸੇ ਬਲੈਕ ਫੰਗਸ 'ਚ ਹੁਣ ਪੰਜਾਬ ਸਭ ਤੋਂ ਅੱਗੇ ਆ ਗਿਆ ਹੈ, ਸਭ ਤੋਂ ਵੱਧ ਕੇਸਿਸ ਹੋ ਰਹੇ ਨੇ। ਦੂਜੀ ਗੱਲ ਕਿ ਤੀਜੀ ਵੇਵ ਦੀ ਚਰਚਾ ਜਿਹੜੀ ਚੱਲ ਰਹੀ ਹੈ ਕਿ ਇਸ ਤੀਜੀ ਵੇਵ ਦੇ ਨਾਲ ਸਭ ਤੋਂ ਵੱਧ ਪ੍ਰਭਾਵ ਹੋਊਗਾ ਬੱਚਿਆਂ ਦੇ ਉੱਤੇ। ਤੇ ਜਦ ਮੈਂ ਦੋਨੋਂ ਡੀਸੀਆਂ ਨੂੰ ਫੋਨ ਕਰਕੇ ਪੁੱਛਿਆ, ਹੈਲਥ ਸੈਕਟਰੀ ਪੰਜਾਬ ਨੂੰ ਪੁੱਛਿਆ ਵੀ ਤੁਸੀਂ ਇਹਦੀ ਕੀ ਤਿਆਰੀ ਕੀਤੀ ਹੈ, ਤੇ ਦੁੱਖ ਲੱਗਿਆ ਜਦ ਪਤਾ ਲੱਗਾ ਕਿ ਕੋਈ ਤਿਆਰੀ ਨਹੀਂ। ਜਿਵੇਂ ਕੰਮ ਚੱਲ ਰਿਹਾ ਸੀ ਬਹੁਤ ਉਸ ਤਰ੍ਹਾਂ ਹੀ ਚੱਲੀ ਜਾ ਰਿਹਾ, ਜਿਹਦੇ ਕਰਕੇ ਮੈਂ ਹੈਲਥ ਸੈਕਟਰੀ ਨੂੰ ਕਿਹਾ ਕਿ ਘੱਟ ਤੋਂ ਘੱਟ ਆਕਸੀਜਨ ਦਾ ਇੰਤਜ਼ਾਮ ਕਰੋ, ਕਿਉਂਕਿ ਇਸ ਆਪਣੇ ਹਲਕੇ 'ਚ ਰੋਜ਼ ਕਿਵੇਂ ਲੋਕੀ ਤਰਸਦੇ ਸੀਗੇ ਆਕਸੀਜਨ ਵਾਸਤੇ। ਸਵੇਰ ਤੋਂ ਸ਼ਾਮ ਤਾਈਂ ਫੋਨ ਆਉਂਦੇ ਸੀਗੇ, ਕਿੰਨਿਆਂ ਦੀ ਮੌਤ ਹੋ ਗਈ। ਕਿਸੇ ਮਾਪੇ ਨੂੰ ਆਪ ਦੇ ਬੱਚੇ ਨੂੰ ਇਸ ਹਾਲਾਤ 'ਚ ਦੇਖਣ ਵਾਸਤੇ, ਮੈਨੂੰ ਲੱਗਦਾ ਕੋਈ ਮਾਂ ਤਾਂ ਦੇਖ ਕੇ ਹੀ ਮਰ ਜੂਗੀ ਜੇ ਆਪਣੇ ਬੱਚੇ ਨੂੰ ਆਕਸੀਜਨ ਵਾਸਤੇ ਤਰਸਦੇ ਹੋਏ ਦੇਖਣਾ ਪਏ। ਤੇ ਮੈਂ ਆਪਣੇ MP ਲੈਡ ਤੋਂ ਇੱਕ PSA ਪਲਾਂਟ, ਆਕਸੀਜਨ ਮੈਨੂਫੈਕਚਰਿੰਗ ਪਲਾਂਟ ਵਾਸਤੇ 75 ਲੱਖ ਦਾ ਪਲਾਂਟ ਇੱਥੇ ਤਲਵੰਡੀ ਸਾਬੋ 'ਚ ਲੱਗ ਰਿਹਾ ਹੈਗਾ। ਜਿਹੜਾ ਮੈਂ DC ਸਾਹਿਬ ਨੂੰ ਤੇ ਪ੍ਰਸ਼ਾਸਨ ਨੂੰ, ਸਾਰੇ ਇੱਥੇ ਬੈਠੇ ਨੇ, ਉਹਨਾਂ ਨੂੰ ਬੇਨਤੀ ਕਰਦੀ ਹਾਂ ਕਿ 30-35 ਦਿਨਾਂ ਦੇ ਅੰਦਰ ਤੁਸੀਂ ਇਹਨੂੰ ਤਿਆਰ ਕਰੋ। ਇੱਥੇ SDM ਸਾਹਿਬ ਨੇ ਦੱਸਿਆ ਕਿ ਬਿਲਡਿੰਗ ਜਿਹੜੀ ਬਣਦੀ, ਕਮਰਾ ਜਿਹੜਾ ਬਣਨਾ ਉਹ 30 ਦਿਨਾਂ 'ਚ ਤਿਆਰ ਕਰ ਦਾਂਗੇ। ਨਾਲ ਦੀ ਨਾਲ ਮੈਂ SMO ਸਾਹਿਬ ਨੂੰ ਬੇਨਤੀ ਕਰਦੀ ਹਾਂ ਆਪਣੀ ਮਸ਼ੀਨਾਂ ਨੂੰ ਆਰਡਰ ਕਰਕੇ ਤੁਸੀਂ ਇੰਸ਼ੋਰ ਕਰੋ ਕਿ 30 ਦਿਨਾਂ ਦੇ ਅੰਦਰ ਤੁਹਾਡੀ ਮਸ਼ੀਨਾਂ ਆ ਜਾਣ, ਤਾਂ ਕਿ ਇਹ ਸਾਰਾ ਕੁਝ ਤਿਆਰ ਹੋ ਕੇ ਲੱਗ ਜਾਏ। ਆ ਨਹੀਂ ਕਿ 1.5 ਸਾਲ ਤੁਸੀਂ ਲਟਕਾ ਦਿਓ ਤਾਂ ਕਰੋਨਾ ਨਿਕਲ ਕੇ ਚਲੇ ਜਾਏ। ਅਜੇ ਲੋਕਾਂ ਦੀ ਜਾਨ ਬਚਾਉਣ ਦੀ ਲੋੜ ਹੈ, ਹੱਥ ਪੈਰ ਇਹ ਵੀ ਪ੍ਰਸ਼ਾਸਨ ਵੀ ਮਾਰੇ। ਤੇ ਮੈਂ ਤਾਂ ਲਗਾਤਾਰ DC ਸਾਹਿਬ ਨਾਲ ਗੱਲ ਕਰਾਂਗੀ, ਇੱਥੇ ਸਿੱਧੂ ਸਾਹਿਬ ਵੀ ਇਹਦੀ ਪੂਰੀ ਪੈਰਵੀ ਕਰਨਗੇ, ਅਗਵਾਈ ਕਰਨਗੇ। ਤੇ ਇਹ ਜਿਹੜਾ ਕਪੈਸਿਟੀ ਦਾ 500 LPA ਦਾ ਕਪੈਸਿਟੀ ਦਾ ਜਿਹੜਾ ਪਲਾਂਟ ਲੱਗ ਰਿਹਾ ਹੈ, ਇਹਦੇ ਨਾਲ 150 ਸਿਲੰਡਰ ਰੋਜ਼ ਦੇ ਆਕਸੀਜਨ ਦੇ ਭਰੇ ਜਾਣਗੇ। ਸੋ 75 ਲੱਖ ਰੁਪਏ ਦੇ ਨਾਲ ਇੱਥੇ ਭਰ ਰਿਹਾ, ਜਿਹਦੇ ਨਾਲ ਇਹ ਪੂਰਾ ਤਲਵੰਡੀ ਸਾਬੋ ਇਲਾਕੇ 'ਚ ਮੈਂ ਉਮੀਦ ਕਰਦੀ ਹਾਂ ਕਿ ਕਿਸੇ ਹਸਪਤਾਲ ਨੂੰ ਆਕਸੀਜਨ ਦੀ ਘਾਟ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਪਿਛਲੇ ਕੁਝ ਦਿਨਾਂ 'ਚ, ਕਿਉਂਕਿ ਮੈਨੂੰ ਖੁਦ ਕਰੋਨਾ ਹੋਇਆ, ਹਸਪਤਾਲਾਂ ਦਾ ਹਾਲ ਮੈਂ ਦੇਖਿਆ, ਡਾਕਟਰਾਂ ਦਾ ਤੇ ਨਰਸੀ ਉਹਨਾਂ ਦੀ ਮਜਬੂਰੀਆਂ ਦੇਖੀਆਂ, ਦੂਜੇ ਪਾਸੇ ਪੇਸ਼ੈਂਟਸ ਦਾ ਹਾਲ ਦੇਖਿਆ, ਜਿਹਦੇ ਕਰਕੇ ਮੈਂ ਰਿਫਾਈਨਰੀ ਵਾਲਿਆਂ ਨੂੰ ਇੱਥੇ ਫੋਨ ਕਰਕੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਕੇ ਕਿ ਜੇ ਮਹਾਰਾਸ਼ਟਰ ਦੀ ਰਿਫਾਈਨਰੀ ਇੱਕਦਮ ਆਪਣੀ ਰਿਫਾਈਨਰੀ ਨੂੰ ਕਨਵਰਟ ਕਰਕੇ ਆਕਸੀਜਨ ਮੈਨੂਫੈਕਚਰ ਕਰਕੇ ਪੂਰੇ ਮਹਾਰਾਸ਼ਟਰ 'ਚ ਆਕਸੀਜਨ ਦੇ ਸਕਦੀ ਹੈ, ਤਾਂ ਆਪਣੇ ਇਲਾਕੇ 'ਚ ਇੰਨੀ ਵੱਡੀ, ਪੂਰੇ ਪੰਜਾਬ ਦੀ, ਨਾਰਥ ਇੰਡੀਆ ਦੀ ਸਭ ਤੋਂ ਵੱਡੀ ਰਿਫਾਈਨਰੀ ਹੈ, ਆਪਾਂ ਕਿਉਂ ਨਹੀਂ ਕਰ ਸਕਦੇ। ਸੋ ਇਮੀਡੀਏਟਲੀ ਉਹਨਾਂ ਨੇ ਇੱਕ ਮਸ਼ੀਨ ਜਿਹੜੀ ਵੀ ਦੁਨੀਆ 'ਚ ਰੈਡੀ ਮਿਲਦੀ ਸੀ, ਉਹਨਾਂ ਨੇ ਇਟਲੀ ਤੋਂ ਇੰਪੋਰਟ ਕੀਤੀ ਹੈ। ਉਹ ਮਸ਼ੀਨ ਉਹਨਾਂ ਦੀ ਲੱਗ ਗਈ ਹੈਗੀ ਤੇ ਉਸ ਮਸ਼ੀਨ ਦੇ ਨਾਲ ਦਿਨ 'ਚ 70 ਸਿਲੰਡਰ ਭਰ ਕੇ ਰਿਫਾਈਨਰੀ ਦੇਊਗੀ। ਲੇਕਿਨ ਇਸ ਤੋਂ ਇਲਾਵਾ ਖੁਸ਼ੀ ਦੀ ਗੱਲ ਕਿ ਉਹਨਾਂ ਦੇ ਉੱਤੇ ਦਬਾਅ ਪਾ ਕੇ, ਰਿਕੁਐਸਟ ਕਰਕੇ ਉਹਨਾਂ ਨੇ ਵੱਡੀ ਮਸ਼ੀਨ ਵੀ ਆਰਡਰ ਕਰਤੀ ਹੈ, ਜਿਹੜੀ 25 ਦਿਨਾਂ ਵਿੱਚ ਆ ਜਾਊਗੀ, ਜਿਹਦੇ ਨਾਲ 700 ਸਿਲੰਡਰ दिन ਦੇ ਭਰੇ ਜਾਣਗੇ। ਤੇ ਇਹਦੇ ਨਾਲ ਉਹ ਆਪਣੇ ਰਿਫਾਈਨਰੀ ਦੇ ਨਾਲ ਹੀ ਡਾਇਰੈਕਟ ਪਾਈਪਲਾਈਨ ਦੇ ਕਰਕੇ 100 ਬੈੱਡ ਦਾ L2 ਦੀ ਇੱਕ ਉਹ ਵੀ ਉੱਥੇ ਖੋਲ ਕੇ ਦੇਣਗੇ। ਸੋ ਮੈਨੂੰ ਲੱਗਦਾ ਇਹਦੇ ਨਾਲ ਤਲਵੰਡੀ ਸਾਬੋ ਇਲਾਕੇ 'ਚ ਬਹੁਤ ਵੱਡੀ ਰਾਹਤ ਮਿਲੂਗੀ, ਜਿੱਥੇ ਤੁਹਾਨੂੰ ਕਦੇ ਬਠਿੰਡਾ ਜਾਂ ਚੰਡੀਗੜ੍ਹ ਇੱਥੇ ਉੱਥੇ ਭੱਜਣ ਦੀ ਲੋੜ ਨਹੀਂ ਹੋਊਗੀ, ਲੇਕਿਨ ਇੱਥੇ ਹੀ ਲੋਕਾਂ ਨੂੰ
ਇਹ ਸਹੂਲਤ ਮਿਲ ਸਕੂਗੀ। ਮੈਡਮ ਦਿੱਤੀ ਜਾ ਰਹੀ ਸੀ, ਮੁੱਦਾ ਉਠਾਇਆ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਲਗਾਤਾਰ ਮੁੱਦਾ ਉਠਾਇਆ ਗਿਆ, ਪ੍ਰੈਸ ਕਾਨਫਰੰਸ ਕੀਤੀ ਗਈ। ਕੱਲ੍ਹ ਸਰਕਾਰ ਨੇ ਬੈਕਫੁੱਟ ਤੇ ਆਇਆ, ਕਿਹਾ ਕਿ ਅਸੀਂ ਸਾਰੀ ਵੈਕਸੀਨ ਜਿਹੜੀ ਪ੍ਰਾਈਵੇਟ ਹਸਪੀਟਲ ਕੋਲ ਵਾਪਸ ਲਵਾਂਗੇ, ਨਾਲ ਹੀ ਵੈਕਸੀਨ ਜਿਹੜੀ ਲੱਗੀ ਉਹਦੇ ਪੈਸੇ ਵੀ ਵਸੂਲਾਂਗੇ। ਕਿ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਇਸ ਤਰ੍ਹਾਂ ਜਿਹੜੀ ਹੋਰ ਪਹਿਲਾਂ ਵੀ ਸਿਹਤ ਮੰਤਰੀ ਲੱਗਿਆ ਸੀ ਕਿ ਉਹਨੇ ਨਸ਼ਿਆਂ ਦੀਆਂ ਗੋਲੀਆਂ ਤੇ 4 ਕਰੋੜ ਦਾ ਜਿਹੜਾ ਘਪਲਾ ਕੀਤਾ ਸੀ, ਅਕਾਲੀ ਦਲ ਇਸੇ ਵਿੱਚ ਜਾ ਕੇ ਹੋਰ ਕੀ ਕਰਨ ਜਾ ਰਿਹਾ ਅੱਗੇ? ਦੇਖੋ, ਮੈਂ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸ਼ੁਕਰਾਨਾ ਕਰਦੀ ਹਾਂ, ਜਿਨ੍ਹਾਂ ਨੇ ਇੰਨਾ ਵੱਡਾ ਜਿਹੜਾ ਗਰੀਬਾਂ ਦੇ ਨਾਲ ਉਹਨਾਂ ਦੇ ਜਾਨਾਂ ਦੇ ਨਾਲ ਖਿਲਵਾੜ ਹੋ ਰਿਹਾ ਸੀਗਾ, ਕਿਉਂਕਿ ਅੱਜ ਵੈਕਸੀਨ ਹੀ ਇਕੱਲੀ ਇੱਕ ਉਹ ਸਾਧਨ ਹੈ ਜਿਹਨੂੰ ਲਗਾ ਕੇ ਸ਼ਾਇਦ ਤੁਹਾਨੂੰ ਇਸ ਬਿਮਾਰੀ ਤੋਂ ਰਾਹਤ ਮਿਲ ਸਕਦੀ ਹੈ। ਤੇ ਜੇ ਸਰਕਾਰ ਨੂੰ 400 ਰੁਪਏ ਇਸ ਘੱਟ ਕੀਮਤ 'ਚ ਵੈਕਸੀਨ ਇਸ ਕਰਕੇ ਦਿੱਤੀ ਜਾ ਰਹੀ ਸੀ ਕਿ ਤੁਸੀਂ ਮੁਫਤ ਲੋਕਾਂ ਨੂੰ ਲਗਾਓ, ਤੇ ਇਸ ਮਾੜੀ ਕਾਂਗਰਸ ਸਰਕਾਰ ਨੇ ਇਹ 400 ਰੁਪਏ ਦੀ ਦਿੱਤੀ ਹੋਈ ਮੁਫਤ ਲੱਗਣ ਹੋਈ ਵੈਕਸੀਨ 'ਚ ਲੋਕਾਂ ਦੀ ਜਾਨਾਂ ਨੂੰ ਜੋਖਮ ਡਾਲ ਕੇ ਇਹਦੇ ਵਿੱਚ ਕਮਾਈ ਕਰਨ ਦਾ ਜਿਹੜਾ ਕੰਮ ਕੀਤਾ, ਜਿੱਥੇ 160 ਰੁਪਏ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਦਾ, ਜਿਹੜਾ ਗਾਂ ਅੱਗੇ 2500 ਦੀ ਲਗਾਈ ਜਾ ਰਹੇ ਨੇ, 400 ਦੀ ਵੈਕਸੀਨ 2500 ਦੀ ਕਿਹੜਾ ਗਰੀਬ ਲਗਾ ਸਕਦਾ ਹੈ? ਗਰੀਬ ਦੇ ਹੱਕ ਨੂੰ ਮਾਰਾ ਤੇ ਉਹਨਾਂ ਦੀ ਜਾਨਾਂ ਜੋਖਮ 'ਚ ਲਾਏ। ਇਸ ਚੀਜ਼ ਨੂੰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਜੀ ਨੇ ਚੱਕਿਆ, ਪੁਰਜ਼ੋਰ ਤਰੀਕੇ ਨਾਲ ਪੂਰੇ ਦੇਸ਼ 'ਚ ਖਬਰ ਫੈਲੀ। ਉਹਨਾਂ ਨੇ ਹੈਲਥ ਮਿਨਿਸਟਰ ਨੂੰ ਵੀ ਟਵੀਟ ਕਰਕੇ ਉਹਨਾਂ ਨੂੰ ਕਿਹਾ ਕਿ ਇਮੀਡੀਏਟਲੀ ਇਨਕੁਆਇਰੀ ਕੀਤੀ ਜਾਏ, ਤੇ ਸਾਡੀ ਪਾਰਟੀ ਦੇ ਪ੍ਰੈਸ਼ਰ ਕਰਕੇ ਇਸ ਸਰਕਾਰ ਨੂੰ ਇਹ ਰਿਵਰਸ ਕਰਨਾ ਪਿਆ ਹੈ। ਲੇਕਿਨ ਜੇ ਇਹਨਾਂ ਨੇ ਫੈਸਲਾ ਵਾਪਸ ਲੈ ਲਿਆ, ਇਹ ਗੱਲ ਨਹੀਂ ਲੁਕੀ ਛੁਪੀ ਜਾਂਦੀ ਕਿ ਕਿਵੇਂ ਇਸ ਮੰਤਰੀ ਨੇ ਤੇ ਸਰਕਾਰ ਨੇ ਗਰੀਬਾਂ ਦਾ ਜਾਨਾਂ ਦੇ ਉੱਤੇ ਧੰਦਾ ਕੀਤਾ। ਜਿਹੜੀ 40 ਰੁਪਏ ਦੀ ਵੈਕਸੀਨ ਨੂੰ 1060 ਰੁਪਏ ਦੀ ਤੁਸੀਂ ਵੇਚ ਰਹੇ ਹੋ, ਤੇ ਫਿਰ ਇਹ 650 ਰੁਪਏ ਜਿਹੜੀ ਤੁਸੀਂ ਜੇਬ 'ਚ ਪਾਏ, ਕਿਹਦੇ ਜੇਬ 'ਚ ਜਾ ਰਹੇ ਨੇ? ਉਹਦੇ ਬਾਅਦ ਉਹ 2 ਪ੍ਰਾਈਵੇਟ ਹਸਪਤਾਲ ਜਿਹੜੇ 80,000 ਵੈਕਸੀਨਾਂ ਦੇ ਵਿੱਚੋਂ ਕੱਲੇ 35,000 ਤਾਂ ਹੈਲਥ ਮਿਨਿਸਟਰ ਦੀ ਕੌਂਸਟੀਟਿਊਸ਼ਨ ਮੋਹਾਲੀ ਦੇ 2 ਹਸਪਤਾਲਾਂ 1060 ਗਏ, ਤੇ ਉਹ 1060 ਦੀ ਵੈਕਸੀਨ ਨੂੰ 25, 26, 3000 ਦੀ ਵੇਚ ਰਹੇ ਨੇ। ਤੇ ਮੁਨਾਫਾ ਕਰਨ ਵਾਸਤੇ ਸਰਕਾਰ ਪ੍ਰਾਈਵੇਟ ਹਸਪਤਾਲਾਂ ਦਾ ਮੁਨਾਫਾ ਕਿਉਂ ਕਰਨਾ ਚਾਹ ਰਹੀ ਹੈ? ਇਹ ਸਿੱਧੇ ਇਹਦੇ ਵਿੱਚ ਬਹੁਤ ਵੱਡਾ ਘੁਟਾਲਾ ਹੈਗਾ, ਘਪਲਾ ਹੈਗਾ। ਤੇ ਜਿਹੜੇ ਇਹ ਹੈਲਥ ਮਿਨਿਸਟਰ ਤੇ ਕੈਪਟਨ ਸਾਹਿਬ ਦੀ ਸਰਕਾਰ ਹੈ, ਜਿੱਥੇ ਹਰ ਪਾਸੇ ਘੁਟਾਲੇ ਕੀਤੇ ਨੇ, ਕੋਵਿਡ ਦੇ ਸਮੇਂ 'ਚ ਲੋਕਾਂ ਦੀ ਜਾਨਾਂ ਦੇ ਉੱਤੇ ਜਿਸ ਤਰ੍ਹਾਂ ਇਹਨਾਂ ਨੇ ਖਿਲਵਾੜ ਕਰਕੇ ਕਰਪਸ਼ਨ ਕੀਤੀ ਹੈ, ਉਸ ਤੋਂ ਦੁਖਦਾਈ ਗੱਲ ਹੀ ਤੁਸੀਂ ਤਾਂ ਵੈਕਸੀਨ ਦੀ ਗੱਲ ਕਰ ਰਹੇ ਹੋ। ਇਸ ਤੋਂ ਪਹਿਲੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜਿਹੜੇ ਨਸ਼ਿਆਂ ਦੀ ਗੋਲੀਆਂ ਵਿੱਚ ਜਿੱਥੇ ਕਿੰਨੇ ਲੱਖ 5 ਲੱਖ ਕਿ ਕਿੰਨੇ ਲੱਖ ਗੋਲੀਆਂ ਮਿਲੀਆਂ ਸੀਗੀਆਂ, ਜਿੱਥੇ ਇਹ ਸਰਕਾਰ ਦਾ ਤੇ ਮੰਤਰੀ ਦਾ ਨਾਂ ਆਂਦਾ ਹੈ। ਤੇ ਇਸ ਤੋਂ ਇਲਾਵਾ ਜਿਹੜੀ ਹੋਰ ਵੱਡੀ ਚੀਜ਼ ਉਜਾਗਰ ਹੋਈ ਹੈ, ਜਿਹੜਾ ਫਤਿਹ ਕਿੱਟ ਹੈ, ਉਹਨਾਂ ਫਤਿਹ ਕਿੱਟ 'ਚ ਤੁਹਾਨੂੰ ਹੈਰਾਨੀ ਹੋਊਗੀ ਕਿ ਜਦ ਇਹਨਾਂ ਨੇ ਫਤਿਹ ਕਿੱਟ ਦਾ ਟੈਂਡਰ ਕੱਢਿਆ ਤੇ ਸਭ ਤੋਂ ਘੱਟ ਜਿਸ ਕੰਪਨੀ ਨੇ ਦਿੱਤਾ ਸੀ 700 ਕੁਛ ਰੁਪਏ ਦਾ, ਉਸ ਕੰਪਨੀ ਨੂੰ ਛੱਡ ਕੇ ਪਹਿਲੀ ਵਾਰੀ ਤਾਂ ਉਹਨਾਂ ਤੋਂ ਮਾੜੇ ਮੋਟੇ ਕਿੱਟ ਲੈ ਲਿੱਤੇ, ਲੇਕਿਨ 50 ਦਿਨਾਂ ਵਿੱਚ 5 ਵਾਰੀ ਰੀਟੈਂਡਰ ਕਰਕੇ ਉਹ 700 ਦਾ ਕਿੱਟ 1400 ਕੁਛ ਰੁਪਏ 'ਚ ਕਰਕੇ 500 ਰੁਪਏ ਇੱਕ ਕਿੱਟ ਦੇ ਉੱਤੇ ਇਹਨਾਂ ਨੇ ਕਮਾਏ ਨੇ। ਤੇ 3.5 ਲੱਖ ਕਿੱਟਾਂ ਦੇ ਉੱਤੇ ਇਹਨਾਂ ਨੇ 17, 18, 20 ਕਰੋੜ ਰੁਪਏ ਦਾ ਕਰਪਸ਼ਨ ਇਹਦੇ ਵਿੱਚ ਕੀਤਾ ਹੈ। ਸੋ ਇਸ ਹੈਲਥ ਮਿਨਿਸਟਰ ਨੂੰ ਤਾਂ ਇਮੀਡੀਏਟਲੀ ਡਿਸਮਿਸ ਹੋਣਾ ਚਾਹੀਦਾ ਹੈ, ਇਹਦੇ ਉੱਪਰ ਪਰਚਾ ਦਰਜ ਹੋਣਾ ਚਾਹੀਦਾ ਹੈ। ਲੇਕਿਨ ਇਹ ਕੁਝ ਕਰਨ ਦੇ ਬਜਾਏ ਕੈਪਟਨ ਸਾਹਿਬ ਇਹੋ ਜਿਹੇ ਕਰਪਟ ਮੰਤਰੀਆਂ ਦਾ ਡੋਸੀਅਰ ਜਾ ਕੇ ਦਿੱਲੀ 'ਚ ਲਾ ਕੇ ਦਿਖਾ ਰਹੇ ਨੇ ਹਾਈ ਕਮਾਂਡ ਨੂੰ, ਲੇਕਿਨ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਲੈ ਰਹੇ, ਕਿਉਂਕਿ ਇੰਨੇ ਮਜਬੂਰ ਹੈ ਆਪ ਦੀ ਕੁਰਸੀ 'ਚ ਬੈਠਣ ਵਾਸਤੇ। ਲੋਕਾਂ ਦੇ ਪੈਸਿਆਂ ਦੇ ਨਾਲ ਇਹ ਮੰਤਰੀ ਤੇ ਸਰਕਾਰ ਆਪ ਦਾ ਜੇਬ ਭਰਨ ਦਾ ਕੰਮ ਕਰੇ। ਤੇ ਮੈਂ ਲੋਕਾਂ ਨੂੰ ਅਪੀਲ ਕਰਦੀ ਹਾਂ, ਇਹ ਨਾ ਸੋਚੋ ਕਿ ਇਹ ਵੈਕਸੀਨ ਚਲੋ ਵਾਪਸ ਆ ਜਾਊਗੀ, ਸਾਡਾ ਕੀ ਹੈ, ਸਾਡਾ ਨੁਕਸਾਨ ਹੈ। ਇਹ ਚੀਜ਼ਾਂ ਤੁਹਾਡੇ ਪੈਸਿਆਂ ਦੇ ਨਾਲ ਕੀਤੀਆਂ ਜਾ ਰਹੀਆਂ ਨੇ, ਇਹਨਾਂ ਦੇ ਉੱਤੇ ਤੁਹਾਡਾ ਹੱਕ ਬਣਦਾ ਹੈ। ਇਹ ਮੰਤਰੀ ਤੁਹਾਡੇ ਪੈਸੇ ਖਾ ਰਹੇ ਨੇ, ਤੇ ਜੇ ਤੁਸੀਂ ਇਹਨਾਂ ਨੂੰ ਆਪਣੇ ਪਿੰਡਾਂ 'ਚ ਵੜਨ ਦੋਗੇ ਤੇ ਕਾਂਗਰਸ ਨੂੰ ਜਵਾਬ ਨਹੀਂ ਪੁੱਛੋਗੇ, ਫਿਰ ਇਸ ਤਰ੍ਹਾਂ ਹੀ ਚੱਲਦਾ ਰਹੂਗਾ, ਕਦੇ ਰੇਤੇ ਦਾ, ਕਦੇ ਸ਼ਰਾਬ ਦਾ, ਕਦੇ ਦਵਾਈਆਂ ਦਾ, ਕਦੇ ਫਤਿਹ ਕਿੱਟ ਦਾ, ਕਦੇ ਦਿੱਲੀ ਤੋਂ ਭੇਜੇ ਰਾਸ਼ਨ ਦਾ। ਹਰ ਚੀਜ਼ ਵਿੱਚ ਇਹ ਘਪਲੇ ਕਰਕੇ ਆਪਣੀ ਜੇਬਾਂ ਭਰ ਰਹੀਆਂ ਨੇ। ਤੇ ਲੋਕਾਂ ਦੇ ਹਾਲਾਤ ਦੇਖੋ ਅੱਜ ਪੰਜਾਬ 'ਚ ਕੀ ਨੇ ਕਿ ਇੱਕ ਮੈਂਬਰ ਆਫ ਪਾਰਲੀਮੈਂਟ ਨੂੰ 75 ਲੱਖ ਰੁਪਏ ਦੇਣੇ ਪੈ ਰਹੇ ਨੇ ਕਿ ਆਕਸੀਜਨ ਲੋਕਾਂ ਨੂੰ ਮਿਲ ਜਾਏ ਤੇ ਆਕਸੀਜਨ ਨਾ ਜਾਣ। ਇਹ ਕਰੋੜਾਂ ਦੇ ਘਪਲੇ ਕਰ ਰਹੇ ਨੇ, ਲੇਕਿਨ ਛੋਟੀ ਰਕਮ ਦਾ ਲੋਕਾਂ ਵਾਸਤੇ ਇੰਤਜ਼ਾਮ ਨਹੀਂ ਕਰ ਪਾ ਰਹੇ ਨੇ। ਮੈਮ ਤੁਸੀਂ ਸਕੈਮ ਦੀ ਲਗਾਤਾਰ ਗੱਲ ਕਰੋ, SC ST ਤੇ ਵੀ ਸਕੈਮ ਹੋਇਆ ਜੀ, 72-73 ਲੱਖ ਦਾ ਹੋਇਆ। 2 ਲੱਖ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਵਿਦਿਆਰਥੀ ਅੱਜ ਸਕਾਲਰਸ਼ਿਪ ਤੋਂ ਸੱਖਣਾ ਹੋ ਗਿਆ, ਘਰਾਂ 'ਚ ਬੈਠ ਕੇ ਪੜ੍ਹਾਈ ਨਹੀਂ ਅੱਗੇ ਕਰ ਸਕੇ ਜੀ। ਨਾਲੇ ਜਿਹੜਾ ਸਕਾਲਰਸ਼ਿਪ ਦਾ ਸਕੈਮ ਦੀ ਗੱਲ ਹੁਣ ਜਿਹੜਾ ਬਹੁਤ ਵੱਡਾ ਅਸੀਂ ਪੜ੍ਹਿਆ ਕਿ 2 ਲੱਖ ਤੋਂ ਵੱਧ SC ਗਰੀਬ ਬੱਚੇ, ਉਹਨਾਂ ਨੂੰ ਉਹਨਾਂ ਦੇ ਕਾਲਜਸ ਜਿਹੜੇ ਹੈਗੇ ਰੋਲ ਨੰਬਰ ਨਹੀਂ ਦੇ ਰਹੇ, ਕਿਉਂਕਿ ਉਹਨਾਂ ਦੀ ਜਿਹੜੀ SC ਸਕਾਲਰਸ਼ਿਪ ਦਾ ਹਿੱਸਾ ਬੰਦਾ ਸਰਕਾਰ ਨੇ ਦਿੱਤਾ ਨਹੀਂ। ਹਾਲਾਂਕਿ ਕੇਂਦਰ ਸਰਕਾਰ ਨੇ ਸੂਬੇ ਦੀ ਸਰਕਾਰ ਨੂੰ ਦਿੱਤਾ 80 ਕਰੋੜ ਦੀ ਇਹ ਗੱਲ ਹੈਗੀ। ਤੁਸੀਂ ਦੇਖੋ, ਇਹ ਪਹਿਲੀ ਵਾਰੀ ਨਹੀਂ,
ਅੱਜ ਨੌਜਵਾਨ ਪੀੜ੍ਹੀ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਭਵਿੱਖ ਦੇ ਨਾਲ ਕਿਹੋ ਜਿਹਾ ਖਿਲਵਾੜ 80 ਕਰੋੜ ਦਾ ਹੁਣ। ਤੇ ਇਹਨੂੰ ਯਾਦ ਰੱਖੋ, ਇਹ ਧਰਮਸੋਟ ਦੇ ਖਿਲਾਫ ਹੀ ਪਿਛਲੇ ਸਾਲ ਵੀ ਆਹੀ ਚੀਜ਼ ਆਈ ਸੀ, ਜਿੱਥੇ ਅਫਸਰ ਨੇ ਲਿਖ ਕੇ ਦਿੱਤਾ ਸੀ ਕਿ ਇਹ ਗਰੀਬ ਸਕਾਲਰਸ਼ਿਪ ਦੇ ਉਹਨਾਂ ਕਾਲਜਸ ਨੂੰ ਜਿਨ੍ਹਾਂ ਨੂੰ ਦੇਣਾ ਚਾਹੀਦਾ ਉਹਨਾਂ ਨੂੰ ਨਹੀਂ, ਆਪਣੇ ਚਹਤੇ 5-7 ਕਾਲਜਾਂ ਨਾਲ ਜਿਨ੍ਹਾਂ ਦਾ ਹੱਕ ਹੀ ਨਹੀਂ ਬਣਦਾ ਸੀਗਾ, ਉਹ ਸਕਾਲਰਸ਼ਿਪ ਉੱਥੇ ਡਾਇਵਰਟ ਕਰਤੀ। ਤੇ ਉਹਨਾਂ ਤੋਂ ਕੀ ਲੈਣ ਦੇਣ ਹੋਇਆ ਹੋਗਾ ਸਾਰੇ ਜਾਣਦੇ। ਇੱਕ ਵਾਰੀ ਨਹੀਂ 2 ਵਾਰੀ ਹੋ ਚੁੱਕਿਆ, ਕਿਉਂਕਿ ਮੰਤਰੀ ਨੂੰ ਪਤਾ ਹੈ ਕਿ ਮੈਂ ਲੁੱਟੀ ਜਾਵਾਂ, ਚੀਫ ਮਿਨਿਸਟਰ ਮੈਨੂੰ ਕੁਝ ਕਹਿਣਾ ਨਹੀਂ ਹੈ, ਕਿਉਂਕਿ ਕੁਰਸੀ 'ਤੇ ਬੈਠਣ ਵਾਸਤੇ ਚੀਫ ਮਿਨਿਸਟਰ ਨੂੰ ਆਪਣੀ ਅੱਖਾਂ ਬੰਦ ਕਰਨੀਆਂ ਹੁੰਦੀਆਂ ਨੇ। ਸੋ ਇਹ ਗਰੀਬ ਬੱਚਿਆਂ ਦੇ ਨਾਲ ਖਿਲਵਾੜ ਹੋ ਰਿਹਾ ਹੈ। ਕੁਝ ਹੀ ਦਿਨ ਪਹਿਲੇ ਤੁਸੀਂ ਦੇਖਿਆ ਕਿ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਵਾਸਤੇ 8 ਕਰੋੜ ਰੁਪਏ ਵੰਡੇ। ਮੈਂ ਉਸ ਮੰਤਰੀ ਦੀ ਮੈਂ ਪੜ੍ਹੀ ਸੀ ਕਿ 8 ਕਰੋੜ ਦੀ ਵਰਦੀਆਂ, ਅੱਜ ਕੱਲ੍ਹ ਆਨਲਾਈਨ ਕਲਾਸਾਂ ਚੱਲ ਰਹੀਆਂ ਨੇ, ਸਕੂਲ ਬੰਦ ਹੈਗੇ, 8 ਕਰੋੜ ਦੀ ਵਰਦੀਆਂ ਦੇਣ ਦੇ ਬਜਾਏ ਤੁਸੀਂ ਇਹਨਾਂ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ, ਜਿਹੜਾ ਘਰ 'ਚ ਇਹਨਾਂ ਨੂੰ ਮਿਡ ਡੇ ਮੀਲ ਕੁਝ ਨਹੀਂ ਮਿਲ ਰਿਹਾ ਹੈਗਾ, ਇਹਨਾਂ ਦੀ ਸਿਹਤ ਬਣਾਓ ਕਿ ਤੀਜੀ ਵੇਵ ਜਿਹੜੇ ਬੱਚਿਆਂ ਦੀ ਆਉਗੇ ਉਸ ਵਾਸਤੇ ਸਾਡੇ ਗਰੀਬ ਬੱਚੇ ਵੀ ਤਕੜੇ ਹੋਣ, ਲੇਕਿਨ ਵਰਦੀਆਂ ਦਿੱਤੀਆਂ ਜਾ ਰਹੀਆਂ ਨੇ। ਸੋ ਇਹ ਇੱਕ ਘੁਟਾਲਾ ਚੱਲਦਾ ਹੈਗਾ ਵਰਦੀਆਂ ਦੇ ਨਾਲ। ਜਿੱਥੇ ਵੀ ਇਹਨਾਂ ਨੇ ਕੀਤਾ ਹੋਊਗਾ ਟੈਂਡਰ, ਉਹਦੇ ਨਾਲ ਕੀ ਲੈਂਦੇ ਨੇ, ਹਰ ਪੱਖ 'ਚ ਕਿਸੇ ਚੀਜ਼ ਨੂੰ ਹੱਥ ਲਾ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪਰਮਾਤਮਾ ਦੀ ਕਿਰਪਾ ਨਾਲ, ਲੋਕਾਂ ਦੇ ਆਸ਼ੀਰਵਾਦ ਨਾਲ ਜਿਸ ਦਿਨ ਬਣੇ, ਇਹ ਇੱਕ ਘੁਟਾਲੇ ਵਿੱਚ ਜਾ ਕੇ ਇੱਕ ਭਾਵੇਂ ਅਫਸਰ ਹੋਏ ਭਾਵੇਂ ਲੀਡਰ ਹੋਏ, ਉਹਨਾਂ ਦੇ ਖਿਲਾਫ ਕੇਸ ਕਰਕੇ ਸਲਾਖਾਂ ਵਿੱਚ ਬੰਦ ਕਰਕੇ ਉਹ ਪੈਸੇ ਦੀ ਵਸੂਲੀ ਕਰਕੇ ਲੋਕਾਂ ਦਾ ਹੱਕ ਦਿਲਾਉਣ ਵਾਸਤੇ ਅਸੀਂ ਪੁਰਜ਼ੋਰ ਲੜਾਈ ਲੜਾਂਗੇ। ਸਿਹਤ ਮੰਤਰੀ ਕਹਿ ਰਹੇ ਨੇ ਕਿ ਸਿਹਤ ਮੰਤਰੀ ਇੰਨਾ ਨਿਕੰਮਾ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਦੇ ਮਹਿਕਮੇ 'ਚ ਕੀ ਹੋ ਰਿਹਾ ਹੈਗਾ। ਜਿੱਥੇ ਫਾਈਲ ਸਾਈਨ ਹੋ ਕੇ ਆ ਰਹੀ ਹੈ, ਉਹਦੇ ਮਹਿਕਮੇ ਦਾ ਸੈਕਟਰੀ ਆਦੇਸ਼ ਦੇ ਰਿਹਾ ਸਾਰੇ ਸਿਵਲ ਸਰਜਨਸ ਨੂੰ ਪੂਰੇ ਪੰਜਾਬ ਦੇ ਕਿ ਤੁਹਾਡੇ ਕੋਲ ਜਿੰਨੀ ਵੈਕਸੀਨ ਹੈ ਤੁਸੀਂ ਉਹ ਪ੍ਰਾਈਵੇਟ ਹਸਪਤਾਲ ਨੂੰ ਮੁਹੱਈਆ ਕਰਾਓ। ਜਾਂ ਫਿਰ ਇਸ ਮੰਤਰੀ ਨੂੰ ਇੰਨਾ ਵੀ ਨਹੀਂ ਪਤਾ ਕਿ ਉਹਦੇ ਮਹਿਕਮੇ 'ਚ ਵੈਕਸੀਨਸ ਜਿੰਨੀਆਂ ਆਈਆਂ ਨੇ, ਉਹ ਕਹਿ ਰਿਹਾ ਵੈਕਸੀਨ ਕਰਾਉਣਾ ਮੇਰਾ ਕੰਮ ਹੈ, ਲੇਕਿਨ ਵੈਕਸੀਨ ਆ ਕੇ 80,000 ਵੈਕਸੀਨਾਂ ਵਿੱਚੋਂ 35,000 ਇਕੱਲੇ ਹੈਲਥ ਮਿਨਿਸਟਰ ਦੇ ਹਲਕੇ ਦੇ 2 ਪ੍ਰਾਈਵੇਟ ਹਸਪਤਾਲਾਂ 'ਚ ਗਏ। ਉਹ ਵੀ ਨਹੀਂ ਉਹਨੂੰ ਪਤਾ। ਉਹਨੂੰ ਆ ਵੀ ਨਹੀਂ ਪਤਾ ਕਿ ਇੱਕ ਚੀਫ ਸੈਕਟਰੀ ਜਿਹਨੂੰ ਟਵੀਟ ਕਰਨਾ ਚਾਹੀਦਾ ਤੇ ਕਹਿਣਾ ਚਾਹੀਦਾ ਲੋਕਾਂ ਨੂੰ ਕਿ ਆਹ ਹੈਲਪਲਾਈਨ ਨੰਬਰ ਹੈ, ਜੇ ਤੁਹਾਨੂੰ ਕਿਤੇ ਬੈੱਡ ਨਹੀਂ ਮਿਲ ਰਿਹਾ, ਜੇ ਤੁਹਾਨੂੰ ਕੋਈ ਦਵਾਈ ਨਹੀਂ ਮਿਲ ਰਹੀ, ਜੇ ਤੁਹਾਨੂੰ ਕੋਈ ਹਸਪਤਾਲ ਓਵਰਚਾਰਜ ਕਰ ਰਿਹਾ ਹੈ, ਕੋਈ ਐਂਬੂਲੈਂਸ ਵਾਲਾ ਤੁਹਾਡੇ ਤੋਂ ਪੈਸੇ ਜ਼ਿਆਦਾ ਕਢਵਾ ਰਿਹਾ, ਤੁਸੀਂ ਇਸ ਨੰਬਰ 'ਚ ਦੱਸੋ, ਅਸੀਂ ਐਕਸ਼ਨ ਲਵਾਂਗੇ। ਇਹ ਟਵੀਟ ਕਰਨ ਦੇ ਬਜਾਏ ਪ੍ਰਾਈਵੇਟ ਹਸਪਤਾਲਾਂ ਦੇ ਸੇਲਜ਼ਮੈਨ ਬਣ ਕੇ ਕਹਿ ਰਹੀ ਕਿ ਆਹ ਫਲਾਂ ਪ੍ਰਾਈਵੇਟ ਹਸਪਤਾਲ ਨੂੰ ਅਸੀਂ ਦੇਤਾ 400 ਦੀ ਵੈਕਸੀਨ ਨੂੰ ਤੁਸੀਂ 900 ਤੇ 1200 'ਚ ਅਸੀਂ ਵੇਚ ਦਿੱਤੀ, ਉੱਥੇ ਜਾ ਕੇ 2500 ਦੀ ਲਗਾਓ। ਤੇ ਇੱਕ ਹੈਲਥ ਮਿਨਿਸਟਰ ਨੂੰ ਆ ਵੀ ਨਹੀਂ ਪਤਾ। ਤੇ ਨਹੀਂ ਪਤਾ ਹੈਗਾ ਤਾਂ ਹੁਣ ਪਤਾ ਲੱਗਿਆ, ਹੁਣ ਛੱਡੇ ਐਕਸ਼ਨ ਲੈ, ਕੈਪਟਨ ਸਾਹਿਬ ਕੱਢਣ ਇਹੋ ਜਿਹੇ ਨਿਕੰਮੇ ਮੰਤਰੀ ਨੂੰ। ਤੇ ਇਸ ਮੰਤਰੀ ਦੇ ਅੰਦਰ ਜੇ ਕੁਝ ਵੀ ਇਹਨਾਂ ਦੇ ਕੋਲ ਕੋਈ ਨੈਤਿਕਤਾ ਹੈਗੀ ਜਾਂ ਕੁਝ ਮੋਰਲ ਇਹਨਾਂ ਦਾ ਬੰਦਾ ਮੋਰੈਲਿਟੀ ਹੈਗੀ ਤਾਂ ਆਪ ਛੱਡ ਦੇਣ ਕਿ ਮੈਂ ਤਾਂ ਫੇਲ ਹੋ ਗਿਆ। ਲੇਕਿਨ ਇਹਨਾਂ ਨੇ ਛੱਡਣਾ ਹੈ ਤਾਂ ਨਾ ਕੈਪਟਨ ਸਾਹਿਬ ਨੇ ਕੱਢਣਾ, ਕਿਉਂਕਿ ਇਕੱਠੇ ਹੋ ਕੇ ਇਹਨਾਂ ਨੇ ਲੁੱਟਣਾ ਹੈਗਾ।